ਤੁਸੀਂ ਇਹਦੀ ਜਾਂਚ ਕਰਨੀ ਆ, if you want to see it, ਤਾਂ ਪਿਛਲੇ ਹਫਤੇ ਤੁਸੀਂ ਕਿਹੜਾ ਵਚਨ ਸੁਣਿਆ ਸੀ ਜੇ ਤੁਹਾਨੂੰ ਯਾਦ ਹੈ? what you listened last Sunday, if you remember, ਫਿਰ ਤੁਸੀਂ ਸੱਚਮੁੱਚ ਜੋ ਪਵਿੱਤਰ ਆਤਮਾ ਕਹਿੰਦਾ ਉਸ ਨੂੰ ਸੁਣਦੇ ਹੋ। then truly you, what the Holy Ghost is saying, you are listening. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, I want to tell you, ਅਗਰ ਤੁਹਾਨੂੰ ਇਹ ਯਾਦ ਨਹੀਂ ਕਿ ਪਿਛਲੇ ਸੰਡੇ, ਉਸ ਤੋਂ ਪਿਛਲੇ ਸੰਡੇ ਤੁਸੀਂ ਕਿਹੜਾ ਵਚਨ ਸੁਣ ਕੇ ਗਏ ਸੀ, if you do not remember last Sunday or and before that Sunday what you listened the word, ਫਿਰ ਤੁਹਾਨੂੰ ਜਾਂਚ ਕਰਨੀ ਪਵੇਗੀ ਕਿ ਤੁਸੀਂ ਕਿਸੇ ਗੁਲਾਮੀ ਦੇ ਆਤਮਾ ਦੀ ਸਪਿਰਿਟ ਦੇ ਥੱਲੇ ਤਾਂ ਨਹੀਂ ਆ ਗਏ। then you got to see yourself and check yourself, aren't you under the slavery of some evil spirit? ਕਿਉਂਕਿ ਗੁਲਾਮੀ ਵਾਲਾ ਵਿਅਕਤੀ ਕਦੇ ਫਰੂਟਫੁਲ ਨਹੀਂ ਹੋ ਸਕਦਾ। For a slave can never be fruitful. ਅਗਰ ਫਰੂਟਫੁਲ ਹੋਣਾ ਹੈ So if you got to be fruitful, ਤੇ ਤੁਹਾਡੇ ਕੋਲ ਪਰਮੇਸ਼ਵਰ ਦਾ ਵਚਨ ਹੋਣਾ ਬਹੁਤ ਜ਼ਰੂਰੀ ਹੈ। then you got to have the word of God with you. ਮੈਂ ਤੁਹਾਨੂੰ ਇੱਕ ਭੇਦ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। And I will try to make you understand the mystery. ਹੋ ਸਕਦਾ ਮੈਂ ਇਹ 'ਚ ਕਾਮਯਾਬ ਹੋ ਜਾਵਾਂ, And I may be successful in it. ਔਰ ਮੈਂ ਵਿਸ਼ਵਾਸ ਕਰਦਾ ਕਿ ਮੈਂ ਕਾਮਯਾਬ ਹੋ ਜਾਵਾਂਗਾ। And I believe I will be. ਇਹ ਜਿਹੜਾ ਵਚਨ ਹੈ ਇਹ ਅੱਖਰਾਂ ਦੇ ਵਿੱਚ ਹੈ ਸਾਡੇ ਕੋਲ। What the word we have is the written word. ਸਹੀ ਹੈ? Is it right? ਪਰ ਇਹਨਾਂ ਅੱਖਰਾਂ ਦੇ ਪਿੱਛੇ And behind these written words, ਇੱਕ ਪਰਮੇਸ਼ਵਰ ਦੀ ਆਵਾਜ਼ ਹੈ। there follows a voice of God. ਉਹ ਜਿਹੜੀ ਪਰਮੇਸ਼ਵਰ ਦੀ ਆਵਾਜ਼ ਹੈ, And the voice of God that is, ਉਸ ਤੋਂ ਬਾਅਦ ਉਹ ਅੱਖਰਾਂ ਵਿੱਚ ਆਈ, that came in word, ਕਿਉਂਕਿ ਉਹ ਅੱਖਰ ਹਰ ਇੱਕ ਵਿਅਕਤੀ ਦੇ ਲਈ ਅਹਿਮ ਹਨ। for these words are of utmost importance for every person. ਪਰਮੇਸ਼ਵਰ ਦੀ ਆਵਾਜ਼ ਤੋਂ ਬਿਨਾ ਕੋਈ ਵਿਅਕਤੀ ਮੁਕਤੀ ਹਾਸਲ ਨਹੀਂ ਕਰ ਸਕਦਾ। Without the word of God, no man can receive salvation. ਕਈ ਲੋਕ ਪਰਮੇਸ਼ਵਰ ਨੂੰ ਗਿਆਨ ਦੇ ਨਾਲ ਜਾਣਨਾ ਚਾਹੁੰਦੇ ਹਨ। Many people want to know God by the knowledge. ਯਾਦ ਰੱਖਣਾ, Remember, ਕਦੇ ਵੀ anytime, ਤੁਸੀਂ ਪਰਮੇਸ਼ਵਰ ਨੂੰ ਗਿਆਨ ਦੇ ਨਾਲ ਨਹੀਂ ਜਾਣ ਸਕਦੇ। you cannot know God by the knowledge. ਅਗਰ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਹੈ If you got to know God, ਤਾਂ ਤੁਹਾਨੂੰ ਆਤਮਿਕ ਹੋਣਾ ਪਵੇਗਾ। then you got to be spiritual. ਹਾਲੇਲੂਇਆ। Hallelujah. ਕੀ ਹੋਣਾ ਪਵੇਗਾ? What you got to be? ਹੈਲੋ। Hello. ਤੁਸੀਂ ਡਬਲ ਐਮਏ ਕਰਕੇ ਪਰਮੇਸ਼ਵਰ ਨੂੰ ਨਹੀਂ ਜਾਣ ਸਕਦੇ। You cannot know God by doing double MA. ਤੁਸੀਂ ਸਾਰਾ ਬਾਈਬਲ ਪੜ੍ਹ ਕੇ ਪਰਮੇਸ਼ਵਰ ਨੂੰ ਨਹੀਂ ਜਾਣ ਸਕਦੇ। Reading all of the Bible, you cannot know God. ਅਗਰ ਤੁਸੀਂ ਪਰਮੇਸ਼ਵਰ ਨੂੰ ਜਾਣਨਾ ਹੈ, If you got to know God, ਤੁਹਾਨੂੰ ਆਪਣੇ ਪਾਪ ਛੱਡਣੇ ਪੈਣਗੇ। you got to get yourself rid from your sin. ਤੁਹਾਨੂੰ ਪਿਤਾ, ਪੁੱਤਰ, ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਲੈਣਾ ਪਵੇਗਾ। You got to be baptized in the name of the Father, Son, and the Holy Ghost. ਤੁਹਾਨੂੰ ਗੈਰ ਭਾਸ਼ਾ ਵਿੱਚ ਪ੍ਰਾਰਥਨਾ ਕਰਨਾ ਹੋਵੇਗਾ। You got to pray in strange tongues. ਕੋਈ ਮਾਇਨੇ ਨਹੀਂ ਰੱਖਦਾ Doesn't matter. ਤੁਸੀਂ ਡਬਲ ਐਮਏ ਆ ਕਿ ਕੱਲਾ ਐਮਏ ਆ, You are single MA or double MA. Doesn't matter. ਪਰ ਮੈਟਰ ਕਰਦਾ ਹੈ ਤੁਸੀਂ ਕਿੰਨੇ ਆਤਮਿਕ ਆ। But what matters is how much spiritual you are. ਕਿਉਂਕਿ For ਪਰਮੇਸ਼ਰ God, ਪੜ੍ਹਿਆ ਲਿਖਿਆ ਦਾ ਪਰਮੇਸ਼ਰ ਹੀ ਨਹੀਂ ਹੈ। He's not only the God of the educated ones. ਪਰ ਉਹ ਅਨਪੜ੍ਹਾਂ ਦਾ ਵੀ ਪਰਮੇਸ਼ਰ ਹੈ। He's the God of even the uneducated ones. ਮੈਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਬਹੁਤ ਅਦਭੁਤ ਕੰਮਾਂ ਨੂੰ ਆਪਣੀਆਂ ਇਹਨਾਂ ਅੱਖਾਂ ਨਾਲ ਦੇਖਿਆ ਆ। And I have seen the amazing works of God with my own very eyes. ਮੈਂ ਇੱਕ ਬਜ਼ੁਰਗ ਔਰਤ ਨੂੰ ਜਾਣਦਾ ਹਾਂ I know an old lady, ਜਿਹੜੀ ਅੱਜ ਕੱਲ ਇਸ ਦੁਨੀਆ ਤੇ ਨਹੀਂ ਹੈ। and she's no more in this world. ਉਹ ਬਹੁਤ ਚਿੱਟੀ ਅਨਪੜ੍ਹ ਬਜ਼ੁਰਗ ਔਰਤ ਸੀ। And she's totally uneducated old woman. ਮੈਨੂੰ ਨਹੀਂ ਲੱਗਦਾ ਉਹਨੇ ਕਦੀ ਊੜਾ ਊਠ ਵੀ ਪੜਿਆ ਹੋਊਗਾ। I do not know whether she has ever read the ABC. ਪਰ ਉਹ ਨੇਚਾ ਵਿੱਚ ਇੰਨੀ ਚੰਗੀ ਸੀ But she was so good in faith
ਉਹਨੇ ਹਮੇਸ਼ਾ ਬਾਈਬਲ ਆਪਣੇ ਨਾਲ ਹੀ ਰੱਖਣੀ ਆ She always used to keep the Bible with herself. ਉਹ ਆਲੇ ਦੁਆਲੇ ਚੰਗੇ ਚੰਗੇ ਜਿਹੜੇ ਉਹਦੀ ਨਜ਼ਰ 'ਚ ਲੋਕੀ ਸੀ ਉਹਨਾਂ ਨੂੰ ਜਾ ਕੇ ਨਵਾਂ ਨਿਯਮ ਬਣਦੀ ਹੁੰਦੀ ਸੀ And she used to just spread the gospel to the ones who were good. ਤੇ ਨਾਲੇ ਉਹ ਕਹਿੰਦੀ ਸੀ ਪ੍ਰਭੂ ਮੈਂ ਵੀ ਇਹਨੂੰ ਪੜ੍ਹਨਾ ਚਾਹੁੰਦੀ ਆ ਮੈਨੂੰ ਵੀ ਸਿਖਾ And she would say, Lord, I want to read the word. Teach me. ਤੁਹਾਨੂੰ ਪਤਾ ਇੱਕ ਦਿਨ ਅਚਾਨਕ ਕੀ ਹੋ ਗਿਆ Do you know one day what happened suddenly? ਉਹਨੇ ਚਰਚ ਵਿੱਚ ਬਾਈਬਲ ਖੋਲਿਆ She opened the Bible in the church. ਉਹਨੂੰ ਆਟੋਮੈਟਿਕ ਹੀ ਬਾਈਬਲ ਪੜ੍ਹਨਾ ਆ ਗਿਆ And it was an automatical phenomenon. She ਉਹ started to read. ਸਾਰਿਆਂ ਨੂੰ ਦੱਸ ਦਿੰਦੀ ਸੀ ਦੇਖੋ ਮੈਨੂੰ ਪੜ੍ਹਨਾ ਆ ਗਿਆ She was testifying. See, I can read. ਆ ਦੇਖੋ ਮੈਂ ਪਾਸਟਰ ਜੀ ਮੈਨੂੰ ਪੜ੍ਹਨਾ ਆ ਗਿਆ Oh, Pastor, I have come to learn to read. ਮੈਂ ਕਿਹਾ ਫੇ ਪੜ੍ਹ ਕੇ ਸੁਣਾ ਇੱਥੋਂ ਨਹੀਂ ਇੱਥੋਂ ਪੜ੍ਹ ਕੇ ਸੁਣਾ ਦੂਜੇ ਪਾਸਿਓਂ I told her, okay, fine, then read it from the other side. ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੀਏ They do not say in their mind, we should be fearful of our Lord God. ਇਹ ਮੇਰੇ ਲਈ ਬੜੀ ਹੈਰਾਨਗੀ ਦੀ ਗੱਲ ਸੀਗੀ And it was an amazing thing for me. ਕਿ ਜਿਹੜਾ ਪੜਿਆ ਨਹੀਂ ਜਿਹਨੂੰ 35 ਨਹੀਂ ਆਉਂਦੀ 35 ਉਡਾੜਾ ਹੁੰਦਾ And the someone who have never ever got educated doesn't ਉਹ know. ਪੰਜਾਬੀ ਕਿੱਦਾਂ ਪੜ ਗਈ Oh, how could she read Punjabi? ਮੈਂ ਤੁਹਾਨੂੰ ਕਹਿ ਰਿਹਾ ਮੇਰਾ ਪਰਮੇਸ਼ਰ ਸਭ ਕੁਝ ਕਰ ਸਕਦਾ I am telling you, my God can do everything. ਹਾਲੇਲੂਇਆ Hallelujah. ਹਾਲੇਲੂਇਆ Hallelujah. ਜੋ ਵਚਨ ਦੇ ਬਾਰੇ ਮੈਂ ਆਪ ਜੀ ਨੂੰ ਅੱਜ ਦੱਸ ਰਿਹਾ ਇੱਕ ਅੱਖਰ ਤੇ ਇੱਕ ਆਵਾਜ਼ That the word I am teaching you about, preaching about, is the word and a voice. ਜਿੰਨੇ ਵੀ ਖੁਦਾ ਦੇ ਨਬੀਆਂ ਨੇ ਉਹਦੀ ਆਵਾਜ਼ ਨੂੰ ਸੁਣਿਆ All the prophets, those who listen to his voice, ਜਾਂ ਜਿੰਨੇ ਵੀ ਖੁਦਾ ਦੇ ਚੇਲਿਆਂ ਨੇ ਉਹਦੀ ਆਵਾਜ਼ ਨੂੰ ਸੁਣਿਆ and all the disciples, those who listen to the voice of God, ਉਹਨਾਂ ਨੇ ਉਸ ਆਵਾਜ਼ ਨੂੰ ਅੱਖਰਾਂ ਵਿੱਚ ਕੈਦ ਕਰ ਦਿੱਤਾ they wrote the voice of God in the letters. ਜਦੋਂ ਅਸੀਂ ਅੱਖਰ ਪੜ੍ਹ ਕੇ ਇੱਥੇ ਤੁਹਾਡੇ ਨਾਲ ਪਰਮੇਸ਼ਵਰ ਨੂੰ ਸੰਬੋਧਨ ਕਰਦੇ ਹਾਂ When after reading the word we display the God to you, ਅਸਲ ਵਿੱਚ ਉਹ ਪਰਮੇਸ਼ਵਰ ਦੀ ਆਵਾਜ਼ ਅਸੀਂ ਤੁਹਾਨੂੰ ਸੁਣਾਉਂਦੇ ਹਾਂ in actuality we are making you hear the voice of God. ਬਈ ਪਰਮੇਸ਼ਵਰ ਯਹੋਵਾ ਆਪਣੀ ਪ੍ਰਜਾ ਨੂੰ ਕੀ ਕਹਿ ਰਿਹਾ ਹੈ That what the Lord God Yahweh is telling to his subjects. ਤੇ ਪ੍ਰਜਾ ਮੋਰੇ ਕੰਨਾਂ 'ਚ ਤੁੰਬੇ ਲਾ ਕੇ ਬੈਠੀ ਹੈ And in front the kingdom is putting bats in their ਤੇ ears. ਪ੍ਰਜਾ ਮੌਜਾਂ ਕਰਦੀ ਮੋਰੇ ਬਹਿ ਕੇ And the kingdom is rejoicing ਤੇ sitting. ਪ੍ਰਜਾ ਭੱਜੀ ਫਿਰਦੀ ਆ And the kingdom is just running haywire. ਕੋਈ ਕੱਟਿਆਂ ਪਿੱਛੇ ਭੱਜੀ ਫਿਰਦਾ ਤੇ ਕੋਈ ਖੱਤਿਆਂ ਪਿੱਛੇ ਭੱਜੀ ਫਿਰਦਾ ਤੇ ਕੋਈ ਰੋਟੀਆਂ ਪਿੱਛੇ ਭੱਜੀ ਫਿਰਦਾ Something running behind food and after fields. ਮਤਲਬ ਕਿ ਮਨ ਤੁਹਾਡਾ ਇੱਥੇ ਨਹੀਂ ਹੁੰਦਾ That means your mind is not present. ਉਹਨੂੰ ਬਾਅਦ ਚ ਪੁੱਛੋ ਅੱਜ ਵਚਨ ਕੀ ਸੁਣਾਇਆ If you ask him what was the word for today, ਮੈਨੂੰ ਨਹੀਂ ਚੇਤਾ ਤੂੰ ਹੀ ਦੱਸ I don't know. You tell me. ਨਾ ਤੂੰ ਉੱਥੇ ਬੈਠਾ ਸੀ ਬੈਠੀ ਸੀ ਤੂੰ ਕੀ ਸੁਣਿਆ You were sitting there. What did you listen? ਉਹ ਕਹਿੰਦੀ ਮੈਨੂੰ ਇੰਨਾ ਹੀ ਸੁਣਿਆ ਹੁਣ ਪ੍ਰਭੂ ਨੇ ਤੁਹਾਨੂੰ ਮਾਲੋ ਮਾਲ ਕਰ ਦੇਣਾ I just listened that God is about to bless you abundantly. ਸਾਡੀ ਸਾਰੀ ਤਾਕਤ ਪਰਮੇਸ਼ਵਰ ਨੂੰ ਸੁਣਨ ਵਾਸਤੇ ਨਹੀਂ ਪਰਮੇਸ਼ਵਰ ਨੂੰ ਆਪਣੀ ਸੁਣਾਉਣ ਵਾਸਤੇ ਲੱਗੀ ਹੁੰਦੀ ਹੈ We use all our strength not to listen to the voice of God, but to make God listen to us. ਵਚਨ ਚੱਲ ਰਿਹਾ ਹੈ And the word is going on. ਕਈ ਆਪਣੇ ਨਾਲ ਫੋਟੋ ਲੈ ਕੇ ਆਏ ਉਹ ਫੋਟੋ ਕੱਢ ਕੇ ਬੈਠੇ ਆ And some have got photograph and then they got let out. ਉਹ ਵਚਨ ਨਹੀਂ ਸੁਣ ਰਹੇ They are not listening to the word ਉਹ of ਪ੍ਰਭੂ God. ਨੂੰ ਕਹਿੰਦੇ ਦੇਖ ਲੈ ਹੁਣ ਕਿੱਥੋਂ ਨਹੀਂ ਦੇਖਣਾ And then they make the Lord to see. Come on, see it. ਆ ਫੋਟੋ ਵਾਲੇ ਭਾਈ ਨੂੰ ਬਦਲ ਦੇ ਪ੍ਰਭੂ Oh, change this man in the photo. ਆ ਫੋਟੋ ਵਾਲੇ ਨੂੰ ਬਦਲ ਦੇ ਪ੍ਰਭੂ Change ਇਹਨੂੰ this ਠੀਕ ਕਰ ਦੇ heal him. ਪਰਮੇਸ਼ਰ ਆਪਣੇ ਲੋਕਾਂ ਨਾਲ ਗੱਲ ਕਰਨ ਵਾਸਤੇ ਲੋਕਾਂ ਨੂੰ ਇੱਥੇ ਬੁਲਾਉਂਦੇ ਆ God wants to talk to his people and he makes a way for you to come over here and listen.
ਇੰਨੇ ਪ੍ਰਬੰਧ ਕਰਨੇ ਪੈਂਦੇ ਆ। Why so many arrangements got to be done? ਇਸ ਕਰਕੇ ਨਹੀਂ ਕਿ ਨਾ ਸਕਰੀਨਾਂ 'ਚ ਸਾਡੀਆਂ ਤਸਵੀਰਾਂ ਤੁਸੀਂ ਵੇਖੋ, It's not that you see our pictures on the screen. ਇਸ ਕਰਕੇ ਕਿ ਜਦ ਪਰਮੇਸ਼ਵਰ ਦੀ ਆਵਾਜ਼ ਪੁਲਪਟ ਤੋਂ ਆਏ, So that when the voice of God comes from the pulpit, ਤੁਸੀਂ ਉਸ ਦੀ ਆਵਾਜ਼ ਨੂੰ ਕੇਅਰਫੁਲੀ hold his voice with all care. ਸੁਣ ਸਕੋ। You are able to listen. ਪਰ ਇੰਨੇ ਪ੍ਰਬੰਧ ਕਰਨ ਦੇ ਬਾਵਜੂਦ ਵੀ Despite of arranging so much, ਬਾਹਰ ਜਾ ਕੇ ਅਸੀਂ ਸਿਰ ਫੇਰਦੇ ਆ, ਸਾਨੂੰ ਕੁਝ ਨਹੀਂ ਪਤਾ, and we just go out and nod ahead, we do not know anything. ਕਿਉਂਕਿ ਹਜੇ ਤੁਸੀਂ ਰੀਤੀ ਰਿਵਾਜਾਂ ਦੇ ਵਿਸ਼ਵਾਸੀ ਹੋ। For you are a believer who believes only in rituals. ਜੇ ਮਾੜੀ ਜੀ ਹੋਰ ਡੂੰਗੀ ਗੱਲ ਕਰਾਂ ਤੇ ਮਰੇ ਹੋਏ ਹੋ, If I say something deep, you are dead. ਕਿਉਂਕਿ ਮਰਿਆ ਨਾ ਤੇ ਸੁਣਦਾ ਹੈ, ਨਾ ਬੋਲਦਾ ਤੇ ਨਾ ਦੇਖਦਾ A ਹੈ। dead one neither listens, near sees, and near speaks. ਤੇ ਜੇ ਮੈਂ ਪੁੱਛਾਂ ਅੱਜ ਵਰਸ਼ਿਪ ਕਿਹੜੇ ਗਾਣਿਆਂ ਤੇ ਹੋਈ ਆ, If I ask you what were the worship songs, ਉਹ ਕਹਿੰਦੇ ਸਾਨੂੰ ਪਤਾ ਨਹੀਂ ਕਿਹੜਿਆਂ ਤੇ ਹੋਈ ਆ। they say we do not know. ਪਰ ਮੈਂ ਜਦੋਂ ਸਕਰੀਨ 'ਚ ਦੇਖਦਾ ਸੀ, When I was looking in the screen, ਉਹ ਲੱਗੇ ਸੀ, and then there were jazz. ਮੈਨੂੰ ਲੱਗਦਾ ਸੀ ਇਹ ਅਸਲੀ ਵਰਸ਼ਿਪ ਇਹ ਕਰਦੀ, ਬਾਕੀ ਉੱਥੇ ਹੀ ਖੜੇ ਆ। I thought these are the true worship, and rest all are just nothing. ਅਸਲੀ ਵਰਸ਼ਿਪ ਇਹ ਹੀ ਕਰਦਾ, ਬਾਕੀ ਤਾਂ ਉੱਥੇ ਹੀ ਖੜੇ ਆ। These are the true worship, and the rest all are just nothing. ਅਸੀਂ ਚਰਚ ਨੂੰ ਵੀ ਰੀਤੀ ਰਿਵਾਜਾਂ ਨਾਲ ਚੱਲਣਾ ਚਾਹੁੰਦੇ ਆ। We want to walk in the church in a ritual way. ਚਰਚ ਆ ਕੇ ਪਰਮੇਸ਼ਰ ਦੀ ਆਵਾਜ਼ ਨਾ ਸੁਣਨਾ ਉਸ ਤੋਂ ਵੀ ਖਤਰਨਾਕ ਹੈ। It is really dangerous coming to church and not listening to the voice of God. ਜਦੋਂ ਤੁਸੀਂ ਇੱਥੇ ਆਉਂਦੇ ਆ, ਖੋਜੇ ਵੱਲ ਵੜਦੇ ਆ, ਆਪਣੇ ਟੈਲੀਫੋਨ ਬੰਦ ਕਰਨੇ ਸ਼ੁਰੂ ਕਰ ਦਿਆ ਕਰੋ। As you come and reach the gate, just switch off your phones. ਛੋਟੇ ਬੱਚਿਆਂ ਨੂੰ ਪਿੱਛੇ ਲੈ ਕੇ ਬੈਠੋ। Just take your children behind and then said, ਤੁਹਾਡੇ ਦਿਮਾਗ 'ਚ ਇੱਕ ਗੱਲ ਫਿੱਟ ਹੋ ਜਾਣੀ ਚਾਹੀਦੀ ਹੈ ਅੱਜ। one thing got to be fit in your brain. ਜਿੱਦਾਂ ਕੱਪੜੇ ਸੀਣ ਵਾਲੀ ਮਸ਼ੀਨ ਦੇ ਥੱਲੇ ਫਿਰਕੀ ਫਿੱਟ ਹੁੰਦੀ ਹੈ, As there is a shuttle under the swing machine. ਜੇ ਸਾਰੇ ਕੱਪੜੇ ਸੀ ਜਾਓ ਫਿਰਕੀ ਕੱਢ ਲਓ, If you keep swing and take out the shuttle, ਬਾਅਦ ਵਿੱਚ ਪਤਾ ਲੱਗਣਾ ਸੀਣ ਤਾਂ ਪੱਕੀ ਹੋਈ ਨਹੀਂ, then you see later, no, ਕੱਪੜਾ ਤਾਂ ਸੀਤਾ ਹੀ ਨਹੀਂ ਗਿਆ। cloth was not used. ਉਹੀ ਹਾਲ ਤੁਹਾਡੇ ਨਾਲ ਆ, This is what you, ਉਹ ਥੱਲੇ ਫਿਰਕੀ ਤਾਂ ਹੈ ਹੀ ਨਹੀਂ, no shuttle underneath. ਉੱਤੇ ਹੀ ਬੈਠੇ ਆ, Just sitting ਉੱਤੇ ਹੀ ਤਾੜੀਆਂ ਵਜਾਈ just ਜਾਂਦੇ ਆ, clapping like ਉੱਤੇ that. ਤਾੜੀ ਪਾਈ ਜਾਂਦੇ ਆ। Just shouting like that. ਪਤਾ ਲੱਗਦਾ ਬੜੀ ਮਹਿਮਾ ਕਰਦੇ ਆ। Oh, it is seen glory. ਬਾਹਰ ਜਾ ਕੇ ਪੁੱਛੋ ਭਾਜੀ ਅੱਜ ਕੋਈ 5 ਗਵਾਹੀਆਂ ਦੱਸਿਓ। Oh, after you go out, ask him, what 5 testimonies? ਆ ਕੈਮਰਾ ਕਰੀ ਮੇਰੇ ਬੂਬੇ ਵੱਲ ਨੂੰ। Keep the camera on my face. ਮੈਂ ਸੁਣੀਆਂ ਤੁਸੀਂ ਮੈਨੂੰ ਚੇਤਾ ਨਹੀਂ। ਕੀ ਕਹਿ ਰਹੇ ਹੋ? What are you saying? ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਇੰਨਾ ਹਲਕਾ ਲੈ ਰਹੇ ਹੋ। You took the word of voice of God so lightly. ਉਹਦੇ ਦੁਆਰਾ ਕੀਤੇ ਗਏ ਛੋਟੇ ਛੋਟੇ ਕੰਮਾਂ ਨੂੰ ਤੁਸੀਂ ਨਹੀਂ ਸੁਣਦੇ ਤਾਂ ਉਹਦੇ ਵੱਡੇ ਕੰਮਾਂ ਨੂੰ ਵੀ ਕਿੱਦਾਂ ਸੁਣੋਗੇ? How would you listen to the great works of God when you ignore the miniature kind of works God does? ਹਾਂ, ਜੇ ਤੇਰਾ ਲੋਕਾਂ ਨੂੰ ਪਾਸਟਰ ਦਿਓਲ ਨੇ ਠੀਕ ਕੀਤਾ ਫਿਰ ਠੀਕ ਹੈ। If Pastor Deol has healed the people, then it's okay. ਪਰ ਜੇ ਪਾਸਟਰ ਦਿਓਲ ਦੇ ਖੁਦਾ ਨੇ ਇਹਨਾਂ ਨੂੰ ਚੰਗੇ ਕੀਤਾ ਤਾਂ ਫਿਰ ਤੁਸੀਂ ਕਿਉਂ ਨਹੀਂ ਸੁਣਿਆ? If God of Pastor Deol healed, why didn't you listen? ਮੈਂ ਅੱਜ ਕਲੀਸਿਆ ਨੂੰ ਏਦਾਂ ਹਿਲਾ ਰਿਹਾ ਆ I am shaking the church. ਕਿ ਉੱਠੋ ਤੇ ਸੁਣ ਲਓ ਪਰਮੇਸ਼ਵਰ ਦੀ ਗੱਲ। Arise and listen to the voice of God. ਜਦ ਤੱਕ ਤੁਸੀਂ ਇਸ ਪੁਲਪਟ ਤੋਂ ਪਰਮੇਸ਼ਰ ਕੀ ਗੱਲ ਕਰਦੇ ਆ ਨਹੀਂ ਧਿਆਨ ਨਾਲ ਪਕੜੋਗੇ, If what is being spoken, said from this pulpit, you do not catch hold of with attention, ਉਦੋਂ ਤੱਕ ਤੁਹਾਡੀ ਜ਼ਿੰਦਗੀ ਦੇ ਚਿਹਰੇ ਮੋਰੇ ਕਦੇ ਨਹੀਂ ਬਦਲ ਸਕਦੇ। till that time the face and stature of your life will never change. ਇੱਕ ਹੋਰ ਸਾਈਨ ਬੋਰਡ ਆ ਰਿਹਾ, ਧਿਆਨ ਨਾਲ ਦੇਖਣਾ। One more signboard is appearing, kindly pay attention. ਜਦੋਂ ਇਸਰਾਇਲੀ ਗੁਲਾਮ ਸਨ, When Israelites were slaves, ਤਾਂ
परमेश्वर मूसेस दे नाल गल करदे सन And then God speaks with Moses. अते मूसेस उन्हां लोकां नाल आके गल करदा सी And then Moses used to come to these people and speak. और जादों लाल समुंदर दे कोल पहुंचे And when they reached till the Red Sea, अते राजे ने फिर चढ़ाई कर दी उन्हां ते and now the Pharaoh comes against them. उत्थे भी लोग तीन भागां विच वंड हो गए There is a division of 3 kinds in that place. अद्धे कहंदे सी आपां उन्हां दे नाल युद्ध करिए Half were saying we shall fight against them, अद्धे कहंदे सी प्रार्थना करिए and half were saying let's pray, अद्धे कहंदे सी अपना आप फिर उन्हां दे हत्थां 'च दे दईए and half were saying let us go and be enslaved to them. तीन रास्ते उत्थे बन गए There were 3 ways that created. कि परमेश्वर ने उन्हां रास्तियां दे विचों किसे नु कहा आ सही है Did God say between those 3 ways this is the right one? परमेश्वर ने चौथा रास्ता बना के दिता God made the 4th way. मैं यही कहना चाहना कि तुसी रास्ता बनाने की कोशिश ना करो I just want to say do not toil and to make the way. परमेश्वर ने ऑलरेडी थाडे लिए एक नया रास्ता तैयार किया हुआ God has already prepared a new way for you. तुसी सिर्फ उसकी आवाज सुनो Just listen to his voice अते जिंदे हो जाओ and be alive. ता परमेश्वर थानू थाडे जीवन दे विच फ्रूटफुल कर देणगे Then God will make you fruitful in your life. कि तुसी परमेश्वर दे महान कम्मां नू अपने जीवन विच देखना चाहते हो Do you want to see the great miraculous works of God in your life? हालेलुया Oh, hallelujah. हुण भी तीन भागां विच मैं लोकां नू वेख्या Still 3 divisions of people I अते ओ saw. जिन्हां ने बिल्कुल हाथ नहीं उठाए Half of them they did not raise their hands. अते ओ जिन्हां ने हाथ उठाए Half were those who raised hands. ते अते ओ जिन्हां ने इत्थे हाथ कीते And half were they but just this very much. पर मैं अपनी गल पूरी करनी चाहता But I would like to complete what I'm about to say. परमेश्वर दे महान कम्मां नू अपने जीवन विच देखण लई आज्ञाकारी बहुत जरूरी है To see the great works of God, obedience is must. अगर तुसी उसकी आवाज नू सुनना चाहते हो If you want to listen to his voice, ता हमेशा याद रखो remember always, इस बेदी तो जो आके थाडे अगुए दे द्वारा बोलिया जाता है and from this altar what is being said by your shepherd, by your pastor, उसनु ध्यान दे नाल सुनना शुरू करो start to listen it with attention. इत्थे बोलिया गया हर एक शब्द पवित्र आत्मा दे वल्लों है Every single word spoken from this altar is from the Holy Ghost. पवित्र आत्मा दी आवाज नू सुनना ही परमेश्वर दी आवाज नू सुनना है To listen to the voice of the Holy Ghost is to listen to the voice of God. पवित्र आत्मा दी आवाज सुनना ही एक नवे रास्ते ते चलना है To listen to the voice of the Holy Ghost is to walk on the new way. बहुत सारे Many. जिन्हें खुदा दे वचन नू बड़ा साधारण लेंदे सन Those who took the word of God as an ordinary, आज तुसी सिक्ख्या कि खुदा दी आवाज है and today you learn the voice of God is there. तुसी किवें उसदी आवाज नू नजरअंदाज कर सकदे हो Oh, how you can just ignore the voice of God. पिछले दिनों दे विच मैं एक परिवार नू मिलिया Last days I met a family. वो काफी हफ्तियां तो मैं तो लुक रहे सी They were hiding from many weeks. पर ताडे पादरी दी निगाह भी बथेरी है And your pastor has a good side. पता लग गया उन्हें कौन किथे बैठा है He's known where someone is sitting. एक दिन मेरे फिर आमने सामने हो गए Sometime I had an encounter with that family. मैं उन्हें स्माइल पास की थी I passed a smile to them. उन्होंने मैनू हंजू पास कीते They passed their tears to me. मैं कह अंदर आओ I called them inside. कुर्सी ते बैठे They sat in the chair हंजू आ रहे सी and they are still weeping. मैं पूछा किथों आए I asked them, where are you coming from? मैनू पता तुसी इत्थे नहीं आ रहे I know you're not coming here. उन्होंने दस्या कि शैतान ने
ਉਹ ਹੁਣ ਬਾਈਬਲ ਦੀ ਭਾਸ਼ਾ 'ਚ ਗੱਲ ਕਰ ਰਹੇ। And now they are talking the language of the Bible. Satan. ਸਾਡਾ ਬਹੁਤ ਨੁਕਸਾਨ ਹੋ ਗਿਆ। He made a loss to us. ਅਸੀਂ ਘਰੋਂ ਬੇਕਾਰ ਹੋ ਗਏ। We were just turned away from the house. ਜਦ ਤੁਸੀਂ ਆਪਣੀ ਮਨਮਰਜ਼ੀ ਕਰੋਗੇ, When you do your own very will, ਤਾਂ ਇੱਕ ਦਿਨ ਤੁਹਾਨੂੰ ਪਤਾ ਲੱਗੇਗਾ, ਓਹੋ ਮੈਂ ਤਾਂ ਗਰਾਊਂਡ ਚੋਂ ਹੀ ਬਾਹਰ ਆ ਗਿਆ। and one day you will come to know, I am out of the ground. ਮੈਂ ਫਿਰ ਕਹਿਣਾ ਬਾਈਬਲ ਕਹਿੰਦੀ ਹੈ ਵੈਰੀ ਬਹੁਤ ਚਲਾਕ ਹੈ। Once again I say the Satan is too clever. ਭਵਿਸ਼ਾ ਸਾਰ 28 ਉਹਦੀ 1 ਤੇ 2 ਮਤੀ 10 ਉਹਦੀ 2 ਅਤੇ ਹੋਰ ਬਹੁਤ ਸਾਰੇ ਚੈਪਟਰ ਹੈ ਜਿਹੜੇ ਮੈਂ ਤੁਹਾਨੂੰ ਅੱਜ ਦੱਸ ਸਕਦਾ ਹਾਂ। Deuteronomy 28 were and all those verses, and in Matthew all those verses. Thank you. Very good. Praise the Lord. Hallelujah. Praise the Lord. Hallelujah. ਸੋ ਮੈਂ ਬ੍ਰੇਕ ਲਾ ਲਈ ਸੀ, ਮੈਂ ਕਿਹਾ ਵੀ ਮੇਰੇ ਟਰਾਂਸਲੇਟਰ ਨੂੰ ਸਾਰਾ ਯਾਦ ਰਹਿ ਜਾਵੇ। Yes, thank you, Lord. Praise the Lord. Hallelujah. Praise the ਆਪਾਂ Lord. ਇੱਕ ਆਇਤ ਨੂੰ ਜ਼ਰੂਰ ਪੜ੍ਹ ਲੈਂਦੇ ਆ, We shall surely read one word. ਕਿਉਂਕਿ ਆਪਾਂ ਸੁਣਿਆ ਕਿ ਹਰ ਸ਼ਬਦ ਜਿਹੜਾ ਹੈ ਉਹ ਪਰਮੇਸ਼ਵਰ ਦੀ ਆਵਾਜ਼ ਹੈ। And when we listen, every word is the voice of God. ਤੇ ਆਪਾਂ ਦੋ ਆਇਤਾਂ ਜ਼ਰੂਰ ਪੜ੍ਹ ਲੈਣੀਆਂ। ਆਪਾਂ ਮੱਤੀ 3:10 ਵੀ ਪੜਾਂਗੇ। We will read Matthew 10 also and Deuteronomy also. ਤਾਂ ਇਹ ਹੋਵੇਗਾ ਕਿ ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ। And this will happen if you hear the voice of your Lord with all your mind. ਅੱਜ ਮੇਰਾ ਸਾਰਾ ਨਿਸ਼ਾਨਾ ਸੁਣਨ ਦੇ ਉੱਤੇ ਹੈ। All my focus is on hearing. ਤੇ ਇੱਥੇ ਵੀ ਦੇਖੋ ਕੀ ਹੋ ਰਿਹਾ। And then see what is happening. ਲੱਖਾਂ ਲੋਕਾਂ ਨੂੰ ਇੱਕੋ ਹੀ ਗੱਲ ਕਹੀ ਜਾ ਰਹੀ ਹੈ। To millions, only one thing is being told. ਜੇ ਤੁਸੀਂ ਯਹੋਵਾ ਆਪਣੇ ਪਰਮੇਸ਼ਵਰ ਦੀ ਆਵਾਜ਼ ਮਨ ਲਾ ਕੇ ਸੁਣੋ। If thou shalt hearken diligently unto the voice of the Lord thy God, ਅਤੇ ਉਸ ਦੇ ਸਾਰੇ ਹੁਕਮਾਂ ਨੂੰ ਪੂਰਾ ਕਰੋ and observe to all that he commands you, ਜਿਨ੍ਹਾਂ ਦਾ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, that I have commanded thee today, ਤਾਂ ਯਹੋਵਾ ਤੁਹਾਡਾ ਪਰਮੇਸ਼ਵਰ then the Lord God thy God ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ। he shall make you rise high above all the nations of the world. ਪਰ ਤੁਸੀਂ ਪਰਮੇਸ਼ਰ ਦੀ ਆਵਾਜ਼ ਨੂੰ ਸੁਣਨ ਵਾਸਤੇ ਆਪਣੇ ਆਪ ਨੂੰ ਤਿਆਰ ਕਰੋ। But prepare yourself to listen to the voice of God. ਬਹੁਤ ਸਾਰੇ ਲੋਕ ਨੇ ਜੋ ਪਰਮੇਸ਼ਰ ਦੇ ਕੋਲੋਂ ਸੁਣਨ ਸਮੇਂ ਵੀ, And many people, despite of listening to the voice of God, ਬਹੁਤ ਸਾਰੇ ਲੋਕ ਪਰਮੇਸ਼ਵਰ ਨੂੰ ਜਦੋਂ ਸੁਣਨ ਦਾ ਸਮਾਂ ਉਸ ਵੇਲੇ ਵੀ ਚੀਜ਼ਾਂ ਮੰਗਦੇ ਰਹਿੰਦੇ ਹਨ। and many people, when it is the time for you to listen to the voice of God, they are asking things. ਇਸ ਕਰਕੇ ਉਹਨਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ, Oh, there is a heavy traffic there inside their mind. ਆਈ ਜਾਂਦਾ ਪਾਪਾਂ ਟੀਟੀ ਤਾਕੀਆਂ ਖੁੱਲੀ ਜਾਂਦੀਆਂ, ਇਸ ਕਰਕੇ ਉਹ ਪਰਮੇਸ਼ਵਰ ਦਾ ਵਚਨ ਨਹੀਂ ਸੁਣਦੇ। They are unable to listen to the voice of God and the word of God. Hong Kong kicking just like that. ਇੱਕ ਗੱਲ ਹੋਰ ਮਨ ਦੇ ਪੱਲੇ ਨਾ ਬੰਨ ਦੋ। With the tie a knot to your cloth. One more thing. ਸੁਣਨ ਵੇਲੇ ਸਿਰਫ ਸੁਣਨਾ ਹੈ, When you got to listen, you got to listen only. ਹੋਰ ਕੁਝ ਨਹੀਂ ਕਰਨਾ। Do nothing else. ਤੇ ਆਵਾਜ਼ ਮਾਰਦੇ ਰਹਿਣਾ, ਮਨ ਇੱਧਰ ਆ, ਵਾਪਸ ਆ, And ਇੱਧਰ keep calling mind, come back. ਆ ਜਾ, ਇੱਧਰ ਆ, Oh, come back. ਇੱਥੇ ਬੈਠ ਜਰਾ ਮਨ, Come and sit here. ਬਹਿ ਜਾ, ਗੱਲ ਤਾਂ ਸੁਣ। Come, sit and listen. ਇਹਨੂੰ ਬਾਰ-ਬਾਰ ਬੁਲਾਉਣਾ ਪਏਗਾ। You got to call it a time and again. ਤਿਆਰ ਕਰੋ ਕਿ ਤੁਸੀਂ ਪਰਮੇਸ਼ਵਰ ਦੀ ਆਵਾਜ਼ ਸੁਣਨੀ ਹੈ। Make yourself, prepare yourself that you got to listen to the voice of God. ਜਿਸ ਦਿਨ ਤੁਸੀਂ ਪਰਮੇਸ਼ਵਰ ਦੀ ਆਵਾਜ਼ ਸੁਣਨਾ ਸ਼ੁਰੂ ਕਰ ਦੋਗੇ, The day you start to listen to the voice of God, ਪਰਮੇਸ਼ਵਰ ਤੁਹਾਨੂੰ ਧਰਤੀ ਦੀ ਸਾਰੀ ਦੁਨੀਆ ਤੋਂ ਵੱਖਰੇ ਕਰਕੇ ਖੜੇ ਕਰ ਦੇਗਾ। God shall make you, separate you from all the earth, and ਤੁਸੀਂ ਕਾਫਲਿਆਂ ਦੇ ਪਿੱਛੇ ਨਹੀਂ ਚੱਲੋਗੇ, ਕਾਫਲੇ ਤੁਹਾਡੇ ਪਿੱਛੇ ਚੱਲਣਗੇ। you shall not be after caravan, but it shall follow you. ਹਾਲੇਲੂਇਆ। Hallelujah. ਇੱਥੇ ਘਰ ਵਿੱਚ 5 ਜੀ ਹੁੰਦੇ, ਉੱਥੇ ਪੰਗਾ ਪਿਆ ਰਹਿੰਦਾ। There are 5 members of a family and there is a quarrel. ਓ ਯਹੋਵਾ ਦੀ ਆਵਾਜ਼ ਨੂੰ ਸੁਣੋ, ਦੇਖੋ ਕੀ ਕਰਨ ਵਾਲਾ ਹੈ। Listen to the voice of the Lord God, what He is about to do.
ਜੇ ਤੁਸੀਂ ਯਹੋਵਾ ਦੀ ਆਵਾਜ਼ ਮਨ ਲਾ ਕੇ ਕਹਿੰਦਾ ਸੁਣੋ। And he says, if you hearken to the voice of God diligently with all your mind. ਅੱਜ ਉਹ ਸੁਣਾਉਣਾ ਚਾਹੁੰਦਾ ਹੈ। Today he wants you to listen. ਅਤੇ ਜਿੰਨੇ ਸੁਣਦੇ ਨੇ ਦੁਨੀਆ ਨਾਲੋਂ ਵੱਖਰੇ ਕੀਤੇ ਜਾਂਦੇ ਹਨ। And all those who start to listen, they are separated from the world. ਤੇ ਸਾਡੀ ਵੱਡੀ ਮੁਸੀਬਤ ਹੈ ਅਸੀਂ ਦੁਨੀਆ ਨੂੰ ਵੱਖਰੇ ਨਹੀਂ ਹੋਣਾ ਚਾਹੁੰਦੇ। And the main problem is we do not want to be separated. ਆ ਲੋ ਤੁਹਾਡੇ ਮੋਰੇ ਜੋੜੇ ਹੱਥ ਵੱਖਰੇ ਹੋ ਜਾਓ। It is we fold the hands, kindly be separated. ਕਿਉਂਕਿ ਬਾਈਬਲ ਕਹਿੰਦੀ ਹੈ ਜੇ ਤੁਸੀਂ ਜਗਤ ਦੇ ਹੁੰਦੇ ਤੇ ਜਗਤ ਤੁਹਾਡੇ ਨਾਲ ਤੇ ਕਰਦਾ। For the word of God Bible says if you were of the world would love you. ਪਰ ਤੁਸੀਂ ਜਗਤ ਦੇ ਨਹੀਂ ਆ। You do not are of the world. ਕਿਉਂਕਿ ਤੁਹਾਡੇ ਨਾਲ ਪਰਮੇਸ਼ਵਰ ਤੇ ਕਰਦਾ ਹੈ। For God loves you. ਹਾਲੇਲੂਇਆ। Oh hallelujah. ਥੋੜਾ ਜਿਹਾ ਔਖਾ ਹੈ। It's somewhat hard. ਇੱਕ ਹੋਰ ਸਾਈਨ ਬੋਰਡ ਆ ਗਿਆ ਹੈ। Oh, one more signboard has appeared. ਅਬਰਾਹਮ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ। Abraham listened to the voice of God. ਪਰਮੇਸ਼ਵਰ ਨੇ ਕਿਹਾ ਅਬਰਾਹਮ God said, Abraham, ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਬਾਹਰ ਆ ਜਾ। come out of the household of your father. ਕੌਣ ਹੈ ਅੱਜ? Who is it today? ਆਪਣੇ ਘਰ ਨੂੰ ਛੱਡ ਕੇ ਬਾਹਰ ਆਏਗਾ। Who is able to come out of his house? ਅਬਰਾਹਮ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ। No questioning with God, Abraham, no more questioning. ਹੱਲਾ ਮੈਂ ਆ ਜਾਣਾ ਫਿਰ ਕੀ ਮਿਲੂ? Okay, I will come, what will I get? ਅਬਰਾਹਮ ਨੇ ਕੋਈ ਸਵਾਲ ਨਹੀਂ ਕੀਤਾ। Abraham did not question. ਜੇ ਤੁਸੀਂ ਆਪਣੇ ਯਹੋਵਾ ਦੀ ਆਵਾਜ਼ ਸੁਣੋ। If you listen to the voice of the Lord God. ਜੇ ਤੁਸੀਂ ਯਹੋਵਾ ਦੀ ਆਵਾਜ਼ ਸੁਣੋ। If you listen to the voice of Lord God. ਦੁੱਖ ਸੁੱਖ ਦਿਨ ਰਾਤ ਵਿੱਚ ਅਬਰਾਹਮ ਨੇ ਜੀਵਨ ਕੱਢਿਆ। And Abraham spent his life in bad times, good times, day and night times. ਰਸਤੇ ਵਿੱਚੋਂ ਵਾਪਸ ਨਹੀਂ ਆਇਆ। He did not turn back from the way. ਹਮੇਸ਼ਾ ਉਹ ਵਿਸ਼ਵਾਸੀ Every time the believer, ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਮਸੀਹ ਤੋਂ ਪਿੱਛੇ ਮੁੜਨਾ ਸ਼ੁਰੂ ਕਰਦੇ ਆ। those who in their lifetime start to drift from Christ. ਉਸ ਵਿਅਕਤੀ ਵੱਲੋਂ And to that man ਜਿਹੜਾ ਯਰੂਸ਼ਲਮ ਤੋਂ ਜਰੀਹੋ ਨੂੰ ਜਾ ਰਿਹਾ ਸੀ who was proceeding from Jerusalem to Jericho. ਅਤੇ ਡਾਕੂਆਂ ਦੇ ਹੱਥ ਆ ਗਿਆ। He got caught in the hands of thieves and dacoits. ਇਹ ਸਾਈਨ ਬੋਰਡ ਤੇ ਮੈਂ ਤੀਰ ਮਾਰਦਾ ਘਰ ਜਾ ਕੇ ਜਾਇਓ ਇੱਥੇ। I put an arrow on the signboard, just go home and see. ਅਬਰਾਹਮ ਨੇ ਪਰਮੇਸ਼ਰ ਤੋਂ ਨਾ ਸੋਨਾ ਨਾ ਚਾਂਦੀ ਨਾ ਧਨ ਨਾ ਦੌਲਤ ਕੁਝ ਨਹੀਂ ਮੰਗਿਆ। And Abraham did not ask God of gold, money, silver, anything. ਸਿਰਫ ਉਸਨੇ ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ। Only he listened to the voice of God. ਇੱਜ਼ਤ ਦੌਲਤ ਸੋਨਾ ਚਾਂਦੀ ਧਨ ਸਭ ਪਰਮੇਸ਼ਰ ਨੇ ਉਹਦੇ ਪਿੱਛੇ ਪਾਤਾ। And everything, animals, gold, silver, God made them to go after him. ਅੱਜ ਤੁਹਾਨੂੰ ਪਰਮੇਸ਼ਰ ਤੋਂ ਸੋਨਾ ਰੁਪਈਆ ਚਾਂਦੀ ਮੰਗਣ ਦੀ ਜ਼ਰੂਰਤ ਨਹੀਂ ਆ। You need not ask the Lord God for the gold, money, or anything else. ਅੱਜ ਤੁਹਾਨੂੰ ਪਰਮੇਸ਼ਰ ਦੀ ਆਵਾਜ਼ ਸੁਣਨ ਦੀ ਲੋੜ ਹੈ। You got to listen to the voice of God. ਅਸੀਂ ਪਰਮੇਸ਼ਰ ਦੀ ਆਵਾਜ਼ ਸੁਣਨ ਦੀ ਬਜਾਏ And despite of listening to the voice of God, ਅਸੀਂ ਸਾਰਾ ਜ਼ੋਰ ਪਰਮੇਸ਼ਰ ਤੋਂ ਮੰਗਣ ਦੀ ਲਾਇਆ। we put all our strength in only asking God. ਅੱਜ ਸਾਨੂੰ ਉਹਦੀ ਆਵਾਜ਼ Today his voice ਸੁਣਨ ਦੀ ਜ਼ਰੂਰਤ ਹੈ। we got to listen, we need. ਅਗਰ ਤੁਸੀਂ ਉਸ ਦੀ ਆਵਾਜ਼ ਸੁਣੋਗੇ And if you listen to his voice, ਤਾਂ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗਾ। he will transform your life.
ਫਰੂਟਫੁਲ ਹੋਣ ਦੇ ਲਈ to be fruitful. ਤੁਹਾਨੂੰ ਪਰਮੇਸ਼ਰ ਤੋਂ ਫਰੂਟ ਮੰਗਣ ਦੀ ਜ਼ਰੂਰਤ ਨਹੀਂ You need not ask God for the fruit. ਤੁਹਾਨੂੰ ਪਰਮੇਸ਼ਰ ਦੇ ਨਾਲ ਵਫਾਦਾਰ ਹੋਣ ਦੀ ਜ਼ਰੂਰਤ ਹੈ You got to be faithful with God. ਯਹੋਨਾ ਦੀ ਤੀਜੀ ਪੱਤਰੀ ਉਹਦੀ ਦੂਸਰੀ ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ And third epistle of John in verse number 3 says, ਪਿਆਰਿਆ Oh beloved, ਬਈ ਮੈਂ ਤੁਹਾਡੇ ਪਿਆਰੇ ਨੂੰ ਆਵਾਜ਼ ਨਹੀਂ ਮਾਰੀ I did not call you beloved. ਲਿਖਿਆ ਹੈ ਪਿਆਰਿਆ It is written, Oh beloved. ਤੁਸੀਂ ਵੀ ਕਹੋ ਤਾਂ ਇੱਕ ਵਾਰੀ ਪਿਆਰਿਆ ਇਹਦਾ ਮਤਲਬ ਕੀ ਹੈ ਭਲਾ What does it mean? ਕਈ ਵਾਰੀ ਕਿਸੇ ਬੰਦੇ ਦਾ ਨਾਮ ਵੀ ਹੋ ਸਕਦਾ ਪਿਆਰਾ Sometimes it's a name of some person. ਹੈ ਕਿਸੇ ਬੰਦੇ ਦਾ ਨਾਮ ਪਿਆਰਾ Is there anyone who has a name called beloved? ਕਿਉਂਕਿ ਇੱਥੇ ਕਈ ਵਾਰੀ ਸ਼ਬਦ ਦਾ ਅਰਥ ਕੋਈ ਹੋਰ ਹੁੰਦਾ ਤੇ ਸਾਡੀ ਜਿਹੜੀ ਮਰਜ਼ੀ ਹੁੰਦੀ ਅਸੀਂ ਉਹ ਚੁਆਇਸ ਕਰਦੇ ਹਾਂ For there is sometimes the meaning of the word is different than what we are. ਮੈਂ ਇਹ ਪ੍ਰਾਰਥਨਾ ਕਰਦਾ ਹਾਂ I pray that ਭਾਈ ਜਿਵੇਂ ਤੇਰੀ ਜਾਨ and as your soul ਸੁਖ ਸਾਂਦ ਨਾਲ ਹੈ is in good health, ਤਿਵੇਂ ਤੂੰ ਸਭਨੀ ਗੱਲੀ ਸੁਖ ਸਾਂਦ ਨਾਲ ਅਤੇ